ਹੈਲੋ ਸਟੂਡੈਂਟਸ, ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਟਰਕਚਰ ਆਫ ਦਾ ਬਿਜ਼ਨਸ ਦਾ ਸਟਰਕਚਰ ਦੇ ਵਿੱਚ ਦੱਸਿਆ ਗਿਆ ਕਿ ਜਿਹੜੀ ਬਿਜ਼ਨਸ ਦੀਆਂ ਐਕਟੀਵਿਟੀਜ਼ ਆ ਉਹਨਾਂ ਨੂੰ ਤਿੰਨ ਪਾਰਟ ਦੇ ਵਿੱਚ ਡਿਵਾਈਡ ਕੀਤਾ ਗਿਆ ਵਾ। ਬੇਸਿਸ ਆਫ ਸਾਈਜ਼, ਉਹਦੇ ਸਾਈਜ਼ ਦੇ ਅਕੋਰਡਿੰਗ, ਓਨਰਸ਼ਿਪ ਮਾਲਕੀਅਤ ਦੇ ਅਕੋਰਡਿੰਗ, ਫੰਕਸ਼ਨ ਮਤਲਬ ਉਹਨਾਂ ਦੇ ਕੰਮਾਂ ਦੇ ਅਕੋਰਡਿੰਗ ਇਹਨਾਂ ਨੂੰ ਤਿੰਨ ਪਾਰਟ ਦੇ ਵਿੱਚ ਡਿਵਾਈਡ ਕੀਤਾ ਗਿਆ ਵਾ। ਸਭ ਤੋਂ ਪਹਿਲਾਂ ਇਹਦਾ ਬੇਸਿਸ ਆਫ ਦਾ ਸਾਈਜ਼ ਦੇ ਵਿੱਚ ਦੋ ਤਰ੍ਹਾਂ ਦੀ ਇੰਡਸਟਰੀ ਹੋਣਗੇ ਆਪਣੇ ਕੋਲ। ਇੱਕ ਸਮੋਲ ਸਕੇਲ ਲੈਵਲ ਦੇ ਬਿਜ਼ਨਸ ਹੋਣਗੇ, ਇੱਕ ਲਾਰਜ ਸਕੇਲ ਦੇ ਹੋਣਗੇ। ਸਮੋਲ ਸਕੇਲ ਮਤਲਬ ਛੋਟੇ ਲੈਵਲ ਦੇ। ਆਪਾਂ ਨੂੰ ਇੱਕ ਐਕਟ ਦੱਸਿਆ ਗਿਆ MSMED ਇਹ ਐਕਟ 2006 ਦੇ ਅਕੋਰਡਿੰਗ ਦੱਸਿਆ ਕਿ ਕੋਈ ਵੀ ਫਰਮ ਆ ਜਿਸ ਦੀ ਮੈਨੂਫੈਕਚਰਿੰਗ ਦੇ ਵਿੱਚ ਇਨਵੈਸਟਮੈਂਟ ਜਾਂ ਪਲਾਂਟ ਐਂਡ ਮਸ਼ੀਨਰੀ ਦੇ ਵਿੱਚ ਇਨਵੈਸਟਮੈਂਟ ਜੇ 5 ਕਰੋੜ ਤੋਂ ਘੱਟ ਆ ਅਤੇ ਸਰਵਿਸ ਦੇ ਵਿੱਚ ਉਹਨਾਂ ਦੀ ਇਨਵੈਸਟਮੈਂਟ 2 ਕਰੋੜ ਤੋਂ ਘੱਟ ਹੈ ਤੇ ਉਹਨਾਂ ਨੂੰ ਕੀ ਮੰਨਿਆ ਜਾਏਗਾ? ਸਮੋਲ ਸਕੇਲ ਮੰਨਿਆ ਜਾਂਦਾ। ਅੱਗੇ ਆ ਜਾਂਦਾ ਲਾਰਜ ਸਕੇਲ ਯੂਨਿਟਸ। ਉਹ ਯੂਨਿਟਸ ਜਿਨ੍ਹਾਂ ਦੀ ਇਨਵੈਸਟਮੈਂਟ ਪਲਾਂਟ ਐਂਡ ਮਸ਼ੀਨਰੀ ਦੇ ਵਿੱਚ 10 ਕਰੋੜ ਤੋਂ ਜ਼ਿਆਦਾ ਹੈ ਅਤੇ ਸਰਵਿਸ ਦੇ ਵਿੱਚ 5 ਕਰੋੜ ਤੋਂ ਜ਼ਿਆਦਾ ਹੈ, ਉਹਨਾਂ ਨੂੰ ਲਾਰਜ ਸਕੇਲ ਯੂਨਿਟਸ ਕਿਹਾ ਜਾਂਦਾ ਹੈ। ਨੈਕਸਟ ਆ ਜਾਂਦਾ ਵਾ ਔਨ ਦਾ ਬੇਸਿਸ ਆਫ ਓਨਰਸ਼ਿਪ। ਅੱਗੇ ਇਹਨੂੰ ਮਾਲਕੀਅਤ ਦੇ ਆਧਾਰ ਤੇ ਦੋ ਪਾਰਟ ਦੇ ਵਿੱਚ ਵੰਡਿਆ ਗਿਆ ਹੈ, ਪਬਲਿਕ ਸੈਕਟਰ ਤੇ ਪ੍ਰਾਈਵੇਟ ਸੈਕਟਰ। ਪਬਲਿਕ ਸੈਕਟਰ ਦਾ ਮਤਲਬ ਉਹ ਸੈਕਟਰ ਜਿਹੜੇ ਔਨ ਕੀਤੇ ਜਾਂਦੇ ਮਤਲਬ ਕਿ ਜਿਹੜੇ ਗੌਰਮੈਂਟ ਦੇ ਅੰਡਰ ਹੋਣਗੇ, ਚਾਹੇ ਉਹ ਸਟੇਟ ਗੌਰਮੈਂਟ ਹੋਵੇ ਚਾਹੇ ਉਹ ਸੈਂਟਰਲ ਗੌਰਮੈਂਟ ਹੋਵੇ। ਹੋ ਸਕਦਾ ਕਿ ਉਹ ਯੂਨਿਟ ਸਟੇਟ ਤੇ ਸੈਂਟਰਲ ਗੌਰਮੈਂਟ ਦੋਨੋਂ ਜੁਆਇੰਟਲੀ ਮਤਲਬ ਮਿਲ ਕੇ ਚਲਾਉਂਦੀਆਂ ਹੋਣ, ਉਹਨਾਂ ਨੂੰ ਕੀ ਕਿਹਾ ਜਾਂਦਾ? ਪਬਲਿਕ ਸੈਕਟਰ ਯੂਨਿਟ। ਨੈਕਸਟ ਆ ਜਾਂਦਾ ਪ੍ਰਾਈਵੇਟ ਸੈਕਟਰ। ਪ੍ਰਾਈਵੇਟ ਸੈਕਟਰ ਦਾ ਮਤਲਬ ਜਿਹੜੇ ਸੈਕਟਰ ਸੈਂਟਰਲ ਜਾਂ ਸਟੇਟ ਗੌਰਮੈਂਟ ਦੇ ਅੰਡਰ ਨਹੀਂ ਹੋਣਗੇ, ਇਹਨਾਂ ਦੀ ਓਨਰਸ਼ਿਪ ਕਿਸੇ ਵੀ ਇੱਕ ਪਰਸਨ ਦੇ ਹੱਥ ਹੋ ਸਕਦੀ ਹੈ ਜਾਂ ਕੋਈ ਪਾਰਟਨਰਸ਼ਿਪ ਦੇ ਅੰਡਰ ਇਹ ਸਟਾਰਟ ਕੀਤੀ ਹੋ ਸਕਦੀ ਜਾਂ ਜੁਆਇੰਟ ਹਿੰਦੂ ਫੈਮਿਲੀ ਦੀ ਹੋ ਸਕਦੀ ਆ। ਇਟ ਮੀਨਸ ਇਹਦੇ ਵਿੱਚ ਗੌਰਮੈਂਟ ਦਾ ਇੰਪੋਰਟੈਂਟ ਰੋਲ ਕੋਈ ਵੀ ਪਲੇ ਨਹੀਂ ਹੋਏਗਾ। ਨੈਕਸਟ ਆ ਜਾਂਦਾ ਔਨ ਦਾ ਬੇਸਿਸ ਆਫ ਦਾ ਫੰਕਸ਼ਨ ਦੇ ਅਕੋਰਡਿੰਗ ਇਹਨਾਂ ਨੂੰ ਦੋ ਪਾਰਟ 'ਚ ਡਿਵਾਈਡ ਕੀਤਾ ਗਿਆ। ਇੱਕ ਇੰਡਸਟਰੀਅਲ ਫੰਕਸ਼ਨ ਹੋਣਗੇ, ਇੱਕ ਕਮਰਸ ਦੇ ਹੋਣਗੇ। ਇਹ ਬਿਜ਼ਨਸ ਦੀਆਂ ਐਕਟੀਵਿਟੀ ਮੰਨੀਆਂ ਜਾਂਦੀਆਂ। ਹੁਣ ਪਹਿਲਾਂ ਆ ਜਾਂਦਾ ਵਾ ਇੰਡਸਟਰੀ। ਇਹਨੂੰ ਆਪਾਂ ਅੱਗੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਇੰਡਸਟਰੀ ਦਾ ਮਤਲਬ ਉਹ ਹੁੰਦੇ ਆ ਜਿਹੜੇ ਕਿ ਕੋਈ ਵੀ ਗੁੱਡਸ ਨੂੰ ਮੈਨੂਫੈਕਚਰ ਕਰਦੇ ਆ ਜਾਂ ਕੋਈ ਗੁੱਡਸ ਨੂੰ ਪ੍ਰੋਡਿਊਸ ਕਰਦੇ ਪਏ ਆ, ਉਹਨੂੰ ਆਪਾਂ ਇੰਡਸਟਰੀ ਕਹਾਂਗੇ। ਇੰਡਸਟਰੀਜ਼ ਦੇ ਵਿੱਚ ਰੋ ਮਟੀਰੀਅਲ ਯੂਜ਼ ਕੀਤਾ ਜਾਂਦਾ ਜਾਂ ਸੈਮੀ ਫਿਨਿਸ਼ ਗੁੱਡਸ ਯੂਜ਼ ਕੀਤੀਆਂ ਜਾਂਦੀਆਂ ਵਾ ਫਿਨਿਸ਼ ਗੁੱਡਸ ਤਿਆਰ ਕਰਨ ਦੇ ਲਈ। ਕਈ ਇੰਡਸਟਰੀਜ਼ ਇੱਦਾਂ ਦੀਆਂ ਹੋਣਗੀਆਂ ਜਿਹੜੇ ਕਿ ਮੈਨੂਫੈਕਚਰ ਕਰਨਗੇ, ਬਟ ਮੈਨੂਫੈਕਚਰ ਕਰਕੇ ਉਹ ਸੈਮੀ ਫਿਨਿਸ਼ ਗੁੱਡਸ ਹੀ ਪ੍ਰੋਡਿਊਸ ਕਰਦੇ ਆ ਤੇ ਫਰਦਰ ਉਹਨੂੰ ਅਗੇਨ ਫਿਰ ਕਿਸੇ ਇੰਡਸਟਰੀ ਵਿੱਚ ਯੂਜ਼ ਕੀਤਾ ਜਾਂਦਾ। ਉਹ ਵਾਲੇ ਸੈਮੀ ਫਿਨਿਸ਼ ਗੁੱਡਸ ਨੂੰ ਆਪਾਂ ਕੀ ਕਹਾਂਗੇ? ਇੰਡਸਟਰੀਅਲ ਗੁੱਡਸ। ਅਤੇ ਜਿਹੜੀ ਕੰਪਨੀਜ਼ ਜਿਹੜੀ ਇੰਡਸਟਰੀ ਪ੍ਰੋਡਿਊਸ ਕਰਦੀ ਹੈ ਬਟਰ, ਬ੍ਰੈਡ, ਕਲੋਥ ਮਤਲਬ ਰੈਡੀ ਆ, ਕੋਈ ਵੀ ਕੰਜ਼ਿਊਮਰ ਉਹਨੂੰ ਯੂਜ਼ ਕਰ ਸਕਦਾ ਐਟ ਦਾ ਟਾਈਮ, ਉਹ ਕੀ ਹੋਏਗੀ? ਕੰਜ਼ਿਊਮਰ ਗੁੱਡਸ, ਜਿਨ੍ਹਾਂ ਨੂੰ ਆਪਾਂ ਉਸੇ ਟਾਈਮ ਤੇ ਹੀ ਕੰਜ਼ਿਊਮ ਕਰ ਸਕਦੇ ਹਾਂ। ਉਹ ਇੰਡਸਟਰੀ ਕੰਜ਼ਿਊਮਰ ਗੁੱਡਸ ਦੇ ਵਿੱਚ ਡੀਲ ਕਰਦੀ ਹੋਏਗੀ। ਇਸ ਤੋਂ ਬਾਅਦ ਆ ਜਾਂਦਾ ਇੰਡਸਟਰੀਜ਼ ਦੀਆਂ ਕਾਈਂਡਸ। ਇੰਡਸਟਰੀਜ਼ ਨੂੰ 3 ਪਾਰਟ 'ਚ ਡਿਵਾਈਡ ਕੀਤਾ ਜਾਂਦਾ ਵਾ, ਪ੍ਰਾਇਮਰੀ, ਸੈਕੰਡਰੀ ਐਂਡ ਟੈਰਟਰੀ। ਅੱਗੇ ਆਪਾਂ ਇਹਨਾਂ ਨੂੰ ਡਿਸਕਸ ਕਰਾਂਗੇ। ਨੈਕਸਟ ਆ ਜਾਂਦਾ ਜੈਨੇਟਿਕ ਇੰਡਸਟਰੀ। ਉਹ ਵਾਲੀ ਇੰਡਸਟਰੀ ਜਿਹਦੇ ਵਿੱਚ ਪਲਾਂਟ ਅਤੇ ਐਨੀਮਲ ਨੂੰ ਯੂਜ਼ ਕੀਤਾ ਜਾਂਦਾ ਵਾ ਅਰਨਿੰਗ ਦੇ ਪਰਪਸ ਦੇ ਲਈ। ਮਤਲਬ ਕਿਸੇ ਨੇ ਵੀ ਪ੍ਰੋਫਿਟ ਅਰਨ ਕਰਨਾ ਵਾ, ਬਟ ਉਹ ਕਿਹਦੇ ਥਰੂ ਕਰਦਾ ਪਿਆ? ਪਲਾਂਟ ਤੇ ਐਨੀਮਲ ਦੇ ਥਰੂ। ਉਹਨਾਂ ਨੂੰ ਜੈਨੇਟਿਕ ਇੰਡਸਟਰੀ ਕਿਹਾ ਜਾਂਦਾ ਵਾ। ਇਹਦੇ 'ਚ ਐਗਜ਼ਾਮਪਲ ਆ ਜਾਂਦੇ ਐਗਰੀਕਲਚਰ ਪ੍ਰੋਡਕਟ, ਨਰਸਰੀ, ਫੋਰੈਸਟਰੀ, ਪੋਲਟਰੀ ਫਾਰਮ। ਇਹ ਸਾਰੇ ਕੀ ਹੈ? ਜੈਨੇਟਿਕ ਇੰਡਸਟਰੀ ਦੀਆਂ ਐਗਜ਼ਾਮਪਲ ਆ। ਅੱਗੇ ਆ ਜਾਂਦਾ ਐਕਸਟ੍ਰੈਕਟਿਵ ਇੰਡਸਟਰੀ। ਉਹ ਇੰਡਸਟਰੀ ਜਿਹੜੀ ਸੋਲ, ਵਾਟਰ ਜਾਂ ਏਅਰ ਨੂੰ ਯੂਜ਼ ਕਰਕੇ ਕੁਝ ਅਰਨ ਕਰਦੀਆਂ ਪਈਆਂ ਵਾ, ਇਨਕਮ ਕਰ ਰਹੀਆਂ ਵਾ, ਉਹਨਾਂ ਨੂੰ ਕੀ ਕਹਿੰਦਾ? ਐਕਸਟ੍ਰੈਕਟਿਵ ਇੰਡਸਟਰੀ। ਇਹਦੇ ਵਿੱਚ ਫਿਸ਼ਿੰਗ, ਮਾਈਨਿੰਗ ਐਂਡ ਹੰਟਿੰਗ ਐਟਸੈਕਟਰਾ ਆ ਜਾਂਦਾ ਵਾ। ਨੈਕਸਟ ਆ ਜਾਂਦਾ ਵਾ ਸੈਕੰਡਰੀ ਇੰਡਸਟਰੀ। ਸੈਕੰਡਰੀ ਇੰਡਸਟਰੀਜ਼ ਦੇ ਵਿੱਚ ਫਸਟ ਪਾਰਟ ਹੈ ਮੈਨੂਫੈਕਚਰਿੰਗ ਇੰਡਸਟਰੀ। ਉਹ ਵਾਲੀ ਇੰਡਸਟਰੀ ਜਿਹੜੀ ਰੋ ਮਟੀਰੀਅਲ ਜਾਂ ਸੈਮੀ ਫਿਨਿਸ਼ ਪ੍ਰੋਡਕਟ ਨੂੰ ਯੂਜ਼ ਕਰਦੇ ਆ ਅਤੇ ਉਹਨਾਂ ਨੂੰ ਫਿਨਿਸ਼ ਪ੍ਰੋਡਕਟ ਦੇ ਵਿੱਚ ਕਨਵਰਟ ਕਰਦੇ ਆ। ਇਸ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਕੋਈ ਆਇਰਨ ਔਰ ਨਾ ਮਤਲਬ ਕੱਚਾ ਲੋਹਾ ਵਾ, ਉਹ ਆਪਣਾ
ਖਾਨਾ ਦੇ ਵਿੱਚੋਂ ਕੱਢਦੇ ਆ ਤੇ ਫਰਦਰ ਉਹਦੇ ਤੋਂ ਸਟੀਲ ਜਾਂ ਕੋਈ ਹੋਰ ਪ੍ਰੋਡਕਟ ਬਣਾਏ ਜਾਂਦੇ ਆ ਲੋਹੇ ਵਾਲੇ, ਉਹਨਾਂ ਨੂੰ ਆਪਾਂ ਕਹਾਂਗੇ ਮੈਨੂਫੈਕਚਰਿੰਗ ਇੰਡਸਟਰੀ, ਜਿਹੜੀ ਕਿ ਕੁਝ ਬਣਾ ਰਹੀ ਆ ਰॉ ਮਟੀਰੀਅਲ ਤੋਂ। ਫਰਦਰ ਇਹਨੂੰ ਸਬ ਡਿਵਾਈਡ ਕੀਤਾ ਜਾਂਦਾ ਵਾ 4 ਪਾਰਟ ਦੇ ਵਿੱਚ। 4 ਪਾਰਟ ਫਸਟ ਪਾਰਟ ਹੈਗਾ ਐਨਾਲਿਟਿਕਲ ਇੰਡਸਟਰੀ। ਅੱਗੇ ਇਹਦੇ ਵਿੱਚ ਦੱਸਿਆ ਗਿਆ ਕਿ ਕਈ ਇੰਡਸਟਰੀਜ਼ ਦੇ ਵਿੱਚ ਰॉ ਮਟੀਰੀਅਲ ਨੂੰ ਐਨਾਲਾਈਜ਼ ਕੀਤਾ ਜਾਂਦਾ ਤੇ ਫਿਰ ਉਹਨੂੰ ਅਲੱਗ-ਅਲੱਗ ਪਾਰਟ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਵਾ, ਤੇ ਉਹ ਪਾਰਟ ਦੇ ਵਿੱਚ ਡਿਵਾਈਡ ਕਰਕੇ ਜੋ ਪਾਰਟ ਕੱਢੇ ਜਾਂਦੇ ਉਹਨਾਂ ਨੂੰ ਫਾਈਨਲ ਪ੍ਰੋਡਕਟ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ। ਆਪਣੇ ਕੋਲ ਐਗਜ਼ਾਮਪਲ ਆ ਕਰੂਡ ਆਇਲ ਦੀ। ਜਦੋਂ ਉਹਨੂੰ ਸੈਪਰੇਟ ਕੀਤਾ ਜਾਂਦਾ ਉਹਦੇ 'ਚੋਂ ਪੈਟਰੋਲ, ਡੀਜ਼ਲ, ਗੈਸੋਲੀਨ ਤੇ ਕੈਰੋਸਿਨ ਐਕਸੈਟਰਾ ਕੱਢੇ ਜਾਂਦੇ ਆ ਤੇ ਉਹਨਾਂ ਨੂੰ ਫਾਈਨਲ ਪ੍ਰੋਡਕਟ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ। ਅੱਗੇ ਇਹਦਾ ਸਿੰਥੈਟਿਕ ਇੰਡਸਟਰੀ। ਇਹਦਾ ਮਤਲਬ ਕਿ ਡਿਫਰੈਂਟ ਇਨਗਰੀਡੀਐਂਟਸ ਲੈ ਕੇ ਆਉਣੇ ਆ, ਅਲੱਗ-ਅਲੱਗ ਵੈਰਾਈਟੀ ਦਾ ਪ੍ਰੋਡਕਟ ਇਕੱਠੇ ਕਰਨੇ ਆ ਤੇ ਉਹਨਾਂ ਤੋਂ ਇੱਕ ਨਵਾਂ ਪ੍ਰੋਡਕਟ ਬਣਾਉਣਾ ਵਾ। ਇਹਦੀ ਐਗਜ਼ਾਮਪਲ ਜਿਸ ਤਰ੍ਹਾਂ ਪੇਂਟ ਇੰਡਸਟਰੀ, ਸੋਪ ਇੰਡਸਟਰੀ, ਇਹ ਕੀ ਕਰਦੇ ਆ, ਡਿਫਰੈਂਟ ਇਨਗਰੀਡੀਐਂਟ ਤੋਂ ਨਿਊ ਪ੍ਰੋਡਕਟ ਮੈਨੂਫੈਕਚਰ ਕਰਦੇ ਆ। ਨੈਕਸਟ ਆ ਜਾਂਦਾ ਪ੍ਰੋਸੈਸਿੰਗ ਇੰਡਸਟਰੀ। ਪ੍ਰੋਸੈਸਿੰਗ ਇੰਡਸਟਰੀ ਦਾ ਮਤਲਬ ਕਿ ਜਿਹੜਾ ਰॉ ਮਟੀਰੀਅਲ ਆ ਉਹਨੂੰ ਡਿਫਰੈਂਟ ਤਰ੍ਹਾਂ ਦੇ ਪ੍ਰੋਸੈਸ ਦੇ ਵਿੱਚ ਪਾਸ ਹੋਣਾ ਪੈਂਦਾ ਵਾ, ਉਹਨੂੰ ਕਿਹਾ ਜਾਂਦਾ ਵਾ ਪ੍ਰੋਸੈਸਿੰਗ ਇੰਡਸਟਰੀ। ਉਸ ਪ੍ਰੋਸੈਸ ਤੋਂ ਪਾਰ ਹੋਣ ਤੋਂ ਬਾਅਦ ਫਾਈਨਲ ਪ੍ਰੋਡਕਟ ਰੈਡੀ ਹੁੰਦਾ ਵਾ। ਇਹਦੀ ਐਗਜ਼ਾਮਪਲ ਹੈਗੀ ਟੈਕਸਟਾਈਲ ਐਂਡ ਦ ਸ਼ੂਗਰ ਇੰਡਸਟਰੀ। ਨੈਕਸਟ ਆ ਜਾਂਦਾ ਅਸੈਂਬਲਿੰਗ ਇੰਡਸਟਰੀ। ਅਸੈਂਬਲਿੰਗ ਇੰਡਸਟਰੀ ਦਾ ਮਤਲਬ ਜਿਹੜੇ ਡਿਫਰੈਂਟ ਪਾਰਟ ਜਾਂ ਕੰਪੋਨੈਂਟ ਆ ਉਹਨਾਂ ਨੂੰ ਕੰਬਾਈਨ ਕਰਕੇ ਇੱਕ ਫਿਨਿਸ਼ ਪ੍ਰੋਡਕਟ ਤਿਆਰ ਹੁੰਦਾ ਵਾ। ਫੋਰ ਐਗਜ਼ਾਮਪਲ ਕਾਰ, ਸਕੂਟਰ, ਬਾਈਸਾਈਕਲ ਐਟਸੈਟਰਾ। ਇਹਦੇ ਵਿੱਚ ਡਿਫਰੈਂਟ ਪਾਰਟਸ ਨੂੰ ਕੰਬਾਈਨ ਕਰਕੇ ਇੱਕ ਫਿਨਿਸ਼ ਪ੍ਰੋਡਕਟ ਰੈਡੀ ਹੁੰਦਾ। ਨੈਕਸਟ ਆ ਜਾਂਦਾ ਕੰਸਟਰਕਸ਼ਨ ਇੰਡਸਟਰੀ। ਕੰਸਟਰਕਸ਼ਨ ਇੰਡਸਟਰੀ ਦਾ ਮਤਲਬ ਜਿਹੜੀ ਕਿ ਬਿਲਡਿੰਗ ਬਣਾਉਂਦੀ ਪਈ ਆ, ਬ੍ਰਿਜ ਬਣਾ ਰਹੀ ਆ, ਰੋਡਸ ਬਣਾ ਰਹੀ ਆ, ਰੇਲਵੇ ਲਾਈਨਸ ਬਣਾ ਰਹੀ ਹੈ ਐਟਸੈਟਰਾ। ਇਹਦੇ ਵਿੱਚ ਕੀ ਹੈ, ਕੰਸਟਰਕਸ਼ਨ ਦਾ ਕੰਮ ਹੁੰਦਾ। ਬਟ ਕੰਸਟਰਕਸ਼ਨ ਹੋਏਗੀ ਕਿਹਦੇ ਨਾਲ, ਵਿਦ ਦਾ ਹੈਲਪ ਆਫ ਦਾ ਗੁੱਡਸ, ਜਿਸ ਤਰ੍ਹਾਂ ਕਿ ਸੀਮੈਂਟ, ਆਇਰਨ ਐਂਡ ਸਟੀਲ। ਇਹਨਾਂ ਨੂੰ ਕੀ ਕਿਹਾ ਜਾਂਦਾ, ਕੰਸਟਰਕਸ਼ਨ ਇੰਡਸਟਰੀ, ਜਿਹੜੇ ਕਿ ਕੁਝ ਮਟੀਰੀਅਲ ਨੂੰ ਯੂਜ਼ ਕਰਕੇ ਬਣਦੀਆਂ ਵਾ ਤੇ ਇਹਨਾਂ ਨੂੰ ਕੰਸਟਰਕਸ਼ਨ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਇਹ ਆਪਾਂ ਡਿਸਕਸ ਕੀਤਾ ਸੀਗਾ ਇੰਡਸਟਰੀ ਬਾਰੇ। ਨੈਕਸਟ ਆ ਜਾਂਦਾ ਕਮਰਸ। ਕਮਰਸ ਦਾ ਮੀਨਸ ਉਹ ਜਗ੍ਹਾ, ਉਹ ਇਸ ਲਈ ਕੋਈ ਪਰਟੀਕੂਲਰ ਜਗ੍ਹਾ ਫਿਕਸ ਨਹੀਂ ਹੁੰਦੀ ਹੈਗੀ। ਇਹ ਚਾਹੇ ਆਪਾਂ ਆਨਲਾਈਨ ਵੀ ਕਰ ਸਕਦੇ ਹਾਂ ਤੇ ਆਫਲਾਈਨ ਕਿਸੇ ਪਰਟੀਕੂਲਰ ਪਲੇਸ 'ਤੇ ਵੀ ਕਰ ਸਕਦੇ ਹਾਂ। ਕਮਰਸ ਦੇ ਵਿੱਚ ਗੁੱਡਸ ਦੇ ਐਕਸਚੇਂਜ ਹੁੰਦਾ, ਗੁੱਡਸ ਐਂਡ ਸਰਵਿਸ ਐਕਸਚੇਂਜ ਔਨ ਦਾ ਲਾਰਜ ਸਕੇਲ। ਮਤਲਬ ਇੱਕ ਵੱਡੇ ਲੈਵਲ 'ਤੇ ਆਪਾਂ ਚਾਹੇ ਵਸਤੂਆਂ ਜਾਂ ਸੇਵਾਵਾਂ ਉਹਨਾਂ ਦਾ ਕੀ ਹੈ, ਲੈਣ ਦੇਣ ਕਰਨਾ ਵਾ। ਇਹ ਇੱਕ ਪ੍ਰੋਸੈਸ ਹੁੰਦਾ ਵਾ ਜਿਹੜਾ ਗੈਪ ਨੂੰ ਫਿਲ ਕਰਦਾ, ਜਿਹੜਾ ਪ੍ਰੋਡਿਊਸਰ ਅਤੇ ਕੰਜ਼ਿਊਮਰ ਦੇ ਵਿੱਚ ਹੋਏਗਾ। ਪ੍ਰੋਡਿਊਸਰ ਮਤਲਬ ਕਿ ਉਤਪਾਦਕ ਜਿਹੜਾ ਵਸਤੂਆਂ ਦਾ ਬਣਾ ਰਿਹਾ ਵਾ, ਕੰਜ਼ਿਊਮਰ ਮਤਲਬ ਗ੍ਰਾਹਕ ਜਿਹੜਾ ਕਿ ਉਹ ਵਸਤੂਆਂ ਨੂੰ ਯੂਜ਼ ਕਰਦਾ ਪਿਆ ਵਾ। ਸੋ ਇੱਕ ਕਮਰਸ ਆ ਜਿਹਦੇ ਵਿੱਚ ਵਸਤੂਆਂ ਦਾ ਤੇ ਸੇਵਾਵਾਂ ਦਾ ਲੈਣ ਦੇਣ ਹੁੰਦਾ ਵਾ। ਜਿਹੜਾ ਉਤਪਾਦਕ ਆ ਉਹ ਵਸਤੂਆਂ ਕਿਹਨੂੰ ਦੇਗਾ, ਗ੍ਰਾਹਕ ਨੂੰ ਦੇਗਾ, ਤਾਂ ਜੋ ਗ੍ਰਾਹਕ ਦੀ ਇੱਛਾ ਪੂਰੀ ਹੋ ਸਕੇ। ਕਈਆਂ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਟ੍ਰੇਡ ਤੇ ਕਮਰਸ ਦੋਨੋਂ ਸੇਮ ਆ, ਬਟ ਨਹੀਂ, ਟ੍ਰੇਡ ਤੇ ਕਮਰਸ ਦੋਨੋਂ ਅਲੱਗ-ਅਲੱਗ ਚੀਜ਼ਾਂ ਵਾ। ਆਪਾਂ ਇੱਦਾਂ ਕਹਿ ਸਕਦੇ ਹਾਂ ਕਿ ਟ੍ਰੇਡ ਦਾ ਕੀ ਹੈ, ਇੱਕ ਪਾਰਟ ਆ ਕਮਰਸ ਦਾ। ਸੋ ਕਮਰਸ ਇੱਕ ਵਾਈਡਰ ਸਕੋਪ ਆ ਟ੍ਰੇਡ ਨਾਲੋਂ। ਅੱਗੇ ਕਮਰਸ ਦੇ ਕੁਝ ਫੰਕਸ਼ਨ ਆ। ਇਹ ਫੰਕਸ਼ਨ ਆਪਾਂ ਨੂੰ ਦੱਸਦੇ ਆ ਕਿ ਕਿਵੇਂ ਇਹਨੇ ਕਮਰਸ ਨੇ ਕਿੰਨੇ ਤਰ੍ਹਾਂ ਦੀ ਪ੍ਰੋਬਲਮਸ ਨੂੰ ਦੂਰ ਕਰਤਾ। ਕਮਰਸ ਨੇ ਹੈਲਪ ਕੀਤੀ ਵੀ ਆ ਹਿੰਡਰੈਂਸ ਨੂੰ ਰਿਮੂਵ ਕਰਨ ਦੇ ਵਿੱਚ, ਰੁਕਾਵਟਾਂ ਨੂੰ ਦੂਰ ਕਰਨ ਦੇ ਵਿੱਚ। ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਟ੍ਰੇਡ ਨੇ ਰਿਮੂਵ ਕੀਤੀ ਹੈ, ਕਮਰਸ ਨੇ ਟ੍ਰੇਡ ਦੀ ਹਿੰਡਰੈਂਸ ਰਿਮੂਵ ਕੀਤੀ ਆ, ਉਹਨਾਂ ਨੂੰ ਪਰਸਨ ਪ੍ਰੋਵਾਈਡ ਕਰਕੇ। ਜਿਹੜੇ ਪ੍ਰੋਡਿਊਸਰ ਸੀ ਅਤੇ ਕੰਜ਼ਿਊਮਰ ਦੋਨਾਂ ਨੂੰ ਆਪਸ ਦੇ ਵਿੱਚ ਕਲੋਜ਼ਰ ਲੈ ਕੇ ਆਇਆ ਤਾਂ ਜੋ ਆਪਣਾ ਕੀ ਆ, ਕੋਈ ਵੀ ਬਿਜ਼ਨਸ ਕਰ ਸਕਣ। ਪ੍ਰੋਡਿਊਸਰ ਆਪਣੀ ਗੁੱਡਸ ਸੇਲ ਕਰ ਸਕਣ ਤੇ ਕੰਜ਼ਿਊਮਰ ਆਪਣੀ ਨੀਡਸ ਨੂੰ ਸੈਟਿਸਫਾਈਡ ਕਰ ਸਕਣ। ਨੈਕਸਟ ਆ ਜਾਂਦਾ ਟਰਾਂਸਪੋਰਟ। ਟਰਾਂਸਪੋਰਟ ਦੀ ਰੁਕਾਵਟ ਦੂਰ ਕੀਤੀ ਹੈ। ਟਰਾਂਸਪੋਰਟ ਨੇ ਰੁਕਾਵਟ ਕਿਵੇਂ ਦੂਰ ਕੀਤੀ ਹੈ, ਪਲੇਸ ਦੁਆਰਾ। ਸੋ ਬਾਈ ਆਪਾਂ ਟਰਾਂਸਪੋਰਟੇਸ਼ਨ ਦੁਆਰਾ ਪਲੇਸ ਦੀ ਜਿਹੜੀ ਹਿੰਡਰੈਂਸ ਸੀ ਉਹਨੂੰ ਰਿਮੂਵ ਕੀਤਾ ਵਾ। ਨੈਕਸਟ ਆ ਜਾਂਦਾ ਇੰਸ਼ੋਰੈਂਸ, ਬੀਮਾ।
बीमे ने की है एक जिहड़ा रिस्क हुंदा सीगा उन्नू खत्म किया वा, ठीक है। हुण बीमा करा के किसी भी तरह के जोखिम तो बचिया जा सकता है। नैक्सट आ जांदा बैंकिंग। बैंकिंग ने फाइनांस की जिहड़ी प्रॉब्लम सीगी उन्नू दूर किया वा, क्योंकि ये बैंक की है लोगों को फंड प्रोवाइड करती है अपने परसनल यूज लिए, बिजनेस में एक्सपैंड करने के लिए एटसैक्ट्रा। नैक्सट आ जाता वेयर हाउस, गोदाम। गोदाम की करते हैं, ये फैसिलिटी प्रोवाइड करते हैं स्टोरेज की, तो गुड्स को टाइमली अवेलेबल कराते हैं। कई गुड्स होंदियां वा जिहड़ियां दी आपां गर्मियों में ही यूज़ करते हैं, जिस तरह के AC हो गए, कूलर हो गए, बट इन्हां दी मैन्युफैक्चर की है पूरा साल होएगी। सो इन्हां नूं स्टोर करके रखण दे लई आपां नूं वेयर हाउस की लोड़ पैंदी है, तो वेयर हाउस ने हिंड्रेंस नूं दूर किया वा। नैक्सट आ जाता वा एडवरटाइजिंग एंड द सेल्समैनशिप। एडवरटाइजिंग तो सेल्समैनशिप के नाल अपनी की है नॉलेज वधी है, लोगों को इनफॉर्मेशन प्रोवाइड करनी सौखी हो गई है। सो जी नॉलेज की हिंड्रेंस सी, जी नॉलेज की लोगों को कमी सी, वो की हो गई है, दूर हो गई है। हाँ जी बच्चे, अगे कमर्स के दो कंपोनेंट आ, सब तो पहला ट्रेड तो दूसरा है A to ट्रेड। पहला आप डिस्कस करांगे ट्रेड नूं। ट्रेड का मतलब कि जी एक्चुअल दे विच आपां गुड्स नूं बाय करते पे हैं जां सेल करते पे हैं, चाहे वो कैश बेस ते होवे चाहे वो क्रेडिट के बेस ते होवे। सो ट्रेड का मतलब बाइंग एंड सैलिंग ऑफ गुड्स, वस्तुओं नूं खरीदना ते बेचना, जां उधार के बेस ते जां फिर कैश के बेस ते। ट्रेड दो तरह का हुंदा, होम ट्रेड ते फॉरेन ट्रेड। होम ट्रेड का मतलब वो ट्रेड जिहड़ा अपनी कंट्रीज़ की बाउंड्री दे विच होएगा। ये ट्रेड दे विच बाइंग एंड सैलिंग्स कीतियां जांदियां वा अपनी कंट्री के लोकां दे नाल ही। इहनूं आपां इंटरनल ट्रेड का भी नाम दिंदे हां। अगे आ जाता होलसेल ट्रेड। होलसेल ट्रेड का मतलब कि गुड्स आपां परचेज करनी प्रोड्यूसर को, मतलब उत्पादक को लार्ज क्वांटिटी दे विच परचेज करनी, तो उन्होंने स्मॉल लॉट के विच रिटेलर नूं मतलब परचून व्यापारी नूं गुड्स सेल कर देनी। इनू कहा जाता होलसेल ट्रेड, मतलब कि थोक व्यापार। अगे आ जाता रिटेल ट्रेड। रिटेल ट्रेड का मतलब परचून व्यापार। परचून व्यापार दे विच गुड्स नूं परचेज किया जाता रिटेलर द्वारा होलसेलर तो, ते वो गुड्स नूं सेल करदा वा अल्टीमेटली टू कंज्यूमर, मतलब कि सीधा उन्हें ग्राहक नूं गुड्स सेल करनी वा होलसेलर तो लैके। इनू रिटेल ट्रेड कहा जाता वा। नैक्सट आ जाता वा फॉरेन ट्रेड। फॉरेन ट्रेड का मतलब जिहड़ा ट्रेड आपां दूसरे देशों के नाल करते हैं, जिस तरह आप कह सकते हैं कि कोई भी गुड्स नूं परचेज करते पे हैं जां सेल करते पे हैं दूसरी कंट्रीज़ दे नाल। इहदे विच जे अपने किसी भी कंट्री मान लो अपने इंडिया कोल कोई सरप्लस गुड्स आ, उनकी डिमांड इंडिया दे विच घट आ बट फॉरेन कंट्री विच ज़्यादा, तो फिर की हो सकता जिहड़ा अपने इधरला सैलर आ फॉरेन दे बायर नूं गुड्स सेल कर दूगा। नैक्सट अगे इनू 3 पार्ट दे विच डिवाइड किया गया, एक्सपोर्ट, इंपोर्ट ते एंटरपोर्ट। एक्सपोर्ट ट्रेड दे विच गुड्स सेल कीतियां जांदियां वा फॉरेन कंट्री दे बायर्स नूं। इंपोर्ट ट्रेड दे विच गुड्स परचेज मतलब बाय कीतियां जांदियां वा फॉरेन कंट्री दे सैलर तो। तो एंटरपोर्ट का मतलब कि जिहड़ी भी अपने कोल रॉ मटीरियल होएगा, आपां बाहरले देशों तो रॉ मटीरियल मंगाना या सैमी फिनिश गुड्स मंगानियां, कादे लई उन्होंने फिनिश गुड्स विच रेडी करके फिर दोबारा उन्होंने एक्सपोर्ट कर देनिया। नैक्सट आ जाता वा A to ट्रेड। एड्स टू ट्रेड मतलब कि वो रिसोर्स जिहड़े आपां नूं गुड्स नूं एक्सचेंज करन जां ट्रांसफर करन दे विच हैल्प करते हैं। इनदे विच अगे आएगा ट्रांसपोर्ट, वेयर हाउसिंग, इंश्योरेंस, बैंकिंग, एडवरटाइजमेंट, सेल्समैनशिप, ये सारिया एड्स होंदियां जिहड़ी अपनी ट्रेड दे विच हैल्प करदियां, ट्रेड दे विच गुड्स नूं एक्सचेंज करन दे विच हैल्प करनगियां। सब तो पहला आंदा ट्रांसपोर्ट मतलब आवाजाही। आवाजाही के नाल अपनी प्लेस की जी प्रॉब्लम सी, जगह की प्रॉब्लम सी, वो दूर हो गई है। तुहानूं सारिਆਂ ਨੂੰ पता जिस तरह लुधियाने दे विच साइकिल इंडस्ट्रीज़ आ, लुधियाने विच साइकिल रेडी हो रहा वा बट साइकिल पूरे इंडिया विच यूज़ हुंदा वा, तो जिहड़ी वो प्रॉब्लम नूं दूर करन दे लई की आ गया ट्रांसपोर्ट। हुण लुधियाने दे जिहड़े ट्रेडर आ वो ट्रांसपोर्ट द्वारा अपने इंडिया के अलग अलग स्टेट दे विच डिफरेंट एरिया दे विच गुड्स नूं सप्लाई करते पे आ। सो ये इहदे नाल एड्स टू ट्रेड दे नाल पॉसीबल हो सकिया वा जिहड़ी ये प्लेस की प्रॉब्लम नूं दूर करना।
ਅੱਗੇ ਆ ਜਾਂਦਾ ਵੇਅਰ ਹਾਊਸਿੰਗ ਮਤਲਬ ਗੋਦਾਮ। ਗੋਦਾਮਾਂ ਨੇ ਆਪਣੀ ਟਾਈਮ ਦੇ ਰਿਲੇਟਡ ਜਿਹੜੀ ਪ੍ਰੋਬਲਮ ਸੀ ਉਹਨਾਂ ਨੂੰ ਦੂਰ ਕੀਤਾ ਵਾ। ਜਿਵੇਂ ਕਿ ਟਾਈਮ ਗੈਪ ਆ ਜਾਂਦਾ ਸੀ ਪ੍ਰੋਡਕਸ਼ਨ ਤੇ ਕੰਜ਼ੰਪਸ਼ਨ ਦੇ ਵਿੱਚ। ਇੱਕ ਛੋਟੀ ਜਿਹੀ ਐਗਜ਼ਾਮਪਲ ਆ, ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗੰਨਾ ਤੇ ਕਣਕ, ਇਹਨਾਂ ਦੀ ਇੱਕ ਸਪੈਸੀਫਿਕ ਪੀਰੀਅਡ ਦੇ ਵਿੱਚ ਪ੍ਰੋਡਕਸ਼ਨ ਹੁੰਦੀ ਆ, ਇੱਕ ਸਪੈਸੀਫਿਕ ਪੀਰੀਅਡ ਦੇ ਵਿੱਚ ਇਹਨਾਂ ਦੀ ਉਗਾਈ ਕੀਤੀ ਜਾਂਦੀ ਆ, ਪਰ ਇਹਨਾਂ ਨੂੰ ਯੂਜ਼ ਕੀ ਸਾਰਾ ਸਾਲ ਕੀਤਾ ਜਾਂਦਾ। ਸੋ ਮੰਨ ਲਓ ਜਿਸ ਤਰ੍ਹਾਂ ਕਣਕ ਦੀ ਵਾਢੀ ਕੀਤੀ ਜਾਂਦੀ ਆ, ਉਹਨੂੰ ਸਟੋਰ ਕਰਕੇ ਰੱਖਣ ਲਈ ਆਪਾਂ ਨੂੰ ਕੀ ਚਾਹੀਦੇ ਆ, ਗੋਦਾਮ ਚਾਹੀਦੇ ਆ। ਸੋ ਵੇਅਰ ਹਾਊਸ ਆ ਜਿਹੜੇ ਆਪਾਂ ਨੂੰ ਹੈਲਪ ਕਰਦੇ ਟਾਈਮ ਦੀ ਪ੍ਰੋਬਲਮ ਨੂੰ ਦੂਰ ਕਰਨ ਦੇ ਵਿੱਚ। ਨੈਕਸਟ ਆ ਜਾਂਦਾ ਇੰਸ਼ੋਰੈਂਸ। ਇੰਸ਼ੋਰੈਂਸ ਦਾ ਮਤਲਬ ਜਿਹੜੇ ਆਪਣੇ ਰਿਸਕ ਨੂੰ ਕਵਰ ਕਰਨ ਦੇ ਵਿੱਚ ਹੈਲਪ ਕਰਦੇ ਆ। ਜਿਸ ਟਾਈਮ ਤੇ ਆਪਾਂ ਗੁੱਡਸ ਨੂੰ ਵੇਅਰ ਹਾਊਸ ਦੇ ਵਿੱਚ ਸਟੋਰ ਕਰਤਾ, ਉੱਥੇ ਆਪਾਂ ਨੂੰ ਡਰ ਰਹਿੰਦਾ ਕਿ ਚਾਹੇ ਇੱਥੇ ਅੱਗ ਨਾ ਲੱਗ ਜਾਵੇ, ਇੱਥੇ ਚੋਰੀ ਵੀ ਹੋ ਸਕਦੀ ਆ, ਜਾਂ ਕੋਈ ਵੀ ਨੈਚੁਰਲ ਕਲਾਈਮੇਟ ਜਿਸ ਤਰ੍ਹਾਂ ਹੜ੍ਹ ਆ ਸਕਦੇ, ਭੂਚਾਲ ਆ ਸਕਦਾ, ਜਿਸ ਨਾਲ ਆਪਣੇ ਸਮਾਨ ਨੂੰ ਖਤਰਾ ਹੋ ਸਕਦਾ। ਸੋ ਉਹ ਰਿਸਕ ਨੂੰ ਕਵਰ ਕਰਨ ਦੇ ਲਈ ਬਹੁਤ ਸਾਰੀ ਇੰਸ਼ੋਰੈਂਸ ਪਾਲਿਸੀਆਂ ਹੁੰਦੀਆਂ ਵਾ ਜਿਹੜੇ ਆਪਣੇ ਜੋਖਿਮ ਨੂੰ ਘਟਾ ਦਿੰਦੇ ਆ। ਨੈਕਸਟ ਆ ਜਾਂਦਾ ਬੈਂਕਿੰਗ। ਬੈਂਕਿੰਗ ਦਾ ਮਤਲਬ ਕਿ ਜਿਹੜੇ ਉਹ ਵਿੱਤੀ ਸੇਵਾਵਾਂ ਜਿਹੜੇ ਕਿ ਆਪਣੇ ਪ੍ਰੋਬਲਮ ਨੂੰ ਦੂਰ ਕਰਦੀਆਂ ਫਾਈਨਾਂਸ ਦੇ ਰਿਲੇਟਡ। ਬੈਂਕ ਦੇ ਆਉਣ ਨਾਲ ਕਿਸੇ ਵੀ ਪਰਸਨ ਨੂੰ ਲੋਨ ਦੀ ਫੈਸਿਲਿਟੀ ਪ੍ਰੋਵਾਈਡ ਹੋ ਗਈ, ਓਵਰਡਰਾਫਟ ਦੀ ਫੈਸਿਲਿਟੀ ਪ੍ਰੋਵਾਈਡ ਹੋ ਗਈ। ਹੁਣ ਇਹਦਾ ਮਤਲਬ ਪਰਸਨ ਆਪਣੇ ਕਿਸੇ ਵੀ ਬਿਜ਼ਨਸ ਨੂੰ ਐਕਸਪੈਂਡ ਕਰ ਸਕਦਾ ਵਾ ਅਤੇ ਉਹ ਫਾਈਨਾਂਸ ਦੇ ਦੁਆਰਾ ਬਹੁਤ ਈਜ਼ੀਲੀ ਇਹ ਕੰਮ ਕਰ ਸਕਦਾ। ਸੋ ਬੈਂਕ ਨੇ ਫਾਈਨਾਂਸ ਦੇ ਰਿਲੇਟਡ ਸਾਰੀਆਂ ਪ੍ਰੋਬਲਮਸ ਨੂੰ ਦੂਰ ਕੀਤਾ। ਇਹਦੇ ਦੁਆਰਾ ਅਸੀਂ ਮਨੀ ਟ੍ਰਾਂਸਫਰ ਕਰ ਸਕਦੇ ਹਾਂ ਇੱਕ ਪਰਸਨ ਤੋਂ ਦੂਸਰੇ ਪਰਸਨ ਤੱਕ, ਔਨਲਾਈਨ ਪੇਮੈਂਟ ਕਰ ਸਕਦੇ ਹਾਂ, ਕੋਈ ਵੀ ਇੱਕ ਕੰਟਰੀ ਦਾ ਪਰਸਨ ਦੂਸਰੇ ਕੰਟਰੀ ਦੇ ਵਿੱਚ ਪੇਮੈਂਟ ਕਰ ਸਕਦਾ ਵਾ। ਸੋ ਇਹ ਪੋਸੀਬਲ ਹੋਇਆ ਵਾ ਬੈਂਕਿੰਗ ਸਿਸਟਮ ਨਾਲ। ਨੈਕਸਟ ਆ ਜਾਂਦਾ ਐਡਵਰਟਾਈਜ਼ਿੰਗ ਐਂਡ ਸੇਲਸਮੈਨਸ਼ਿਪ। ਐਡਵਰਟਾਈਜ਼ਮੈਂਟ ਤੇ ਸੇਲਸਮੈਨ ਨੇ ਆਪਣੀ ਨੌਲੇਜ ਦੀ ਜਿਹੜੀ ਪ੍ਰੋਬਲਮ ਸੀ ਉਹਨੂੰ ਦੂਰ ਕੀਤਾ। ਕਈ ਪਰਸਨ ਇੱਦਾਂ ਦੇ ਹੁੰਦੇ ਆ ਜਿਹੜੇ ਅਵੇਅਰ ਹੀ ਨਹੀਂ ਹੁੰਦੇ ਮਾਰਕੀਟ 'ਚ ਕਿਹੜਾ ਪ੍ਰੋਡਕਟ ਨਵਾਂ ਆਇਆ, ਕੀ ਮਾਰਕੀਟ ਦੇ ਵਿੱਚ ਫੈਸ਼ਨ ਚੱਲ ਰਿਹਾ ਤੇ ਕੀ ਨਹੀਂ। ਸੋ ਇਹ ਸਾਰੀ ਪ੍ਰੋਬਲਮਸ ਨੂੰ ਦੂਰ ਕਰਨ ਦੇ ਲਈ ਐਡਵਰਟਾਈਜ਼ਮੈਂਟ ਬਹੁਤ ਯੂਜ਼ਫੁਲ ਹੈ। ਐਡਵਰਟਾਈਜ਼ਮੈਂਟ ਪ੍ਰੋਡਕਟ ਦੀ ਅਵੇਅਰਨੈਸ ਲੋਕਾਂ ਨੂੰ ਦਿੰਦੀ ਆ, ਜਿਸ ਨੂੰ ਦੇਖ ਕੇ ਕਸਟਮਰ ਸ਼ੋਰੂਮ ਦੇ ਵਿੱਚ ਜਾਂ ਮਾਰਕੀਟ ਦੇ ਵਿੱਚ ਜਾਂਦੇ ਆ ਤੇ ਪ੍ਰੋਡਕਟ ਨੂੰ ਪਰਚੇਜ਼ ਕਰਦੇ ਆ। ਸੋ ਇਹ ਹੈਲਪ ਕਰਦੀ ਹੈ ਪ੍ਰਮੋਟ ਕਰਨ ਦੇ ਵਿੱਚ ਤੇ ਐਕਸਚੇਂਜ ਕਰਨ ਦੇ ਵਿੱਚ ਗੁੱਡਸ। ਸੋ ਐਡਵਰਟਾਈਜ਼ਮੈਂਟ ਨੇ ਨੌਲੇਜ ਦੀ ਇੱਕ ਪ੍ਰੋਬਲਮ ਨੂੰ ਦੂਰ ਕੀਤਾ। ਅੱਗੇ ਆ ਜਾਂਦਾ ਡਿਫਰੈਂਸ ਬਿਟਵੀਨ ਇੰਡਸਟਰੀ, ਕਮਰਸ ਐਂਡ ਟ੍ਰੇਡ। ਇਹਨਾਂ ਤਿੰਨਾਂ ਵਿੱਚ ਆਪਾਂ ਡਿਫਰੈਂਸ ਦੇਖਾਂਗੇ। ਸਭ ਤੋਂ ਪਹਿਲਾਂ ਆ ਜਾਂਦਾ ਮੀਨਿੰਗ ਦੇ ਵਿੱਚ ਦੱਸਿਆ ਕਿ ਇੰਡਸਟਰੀਜ਼ ਦੇ ਵਿੱਚ ਗੁੱਡਸ ਤੇ ਸਰਵਿਸ ਮੈਨੂਫੈਕਚਰ ਕੀਤੀਆਂ ਜਾਂਦੀਆਂ ਵਾ। ਕਮਰਸ ਦੇ ਵਿੱਚ ਇਨਵੋਲਵ ਹੁੰਦਾ ਕਿ ਆਪਾਂ ਡਿਸਟਰੀਬਿਊਟ ਕਰਨਾ, ਇੰਡਸਟਰੀ ਦੇ ਵਿੱਚ ਮੈਨੂਫੈਕਚਰ ਕਰਨਾ, ਕਮਰਸ ਵਿੱਚ ਡਿਸਟਰੀਬਿਊਟ ਕਰਨਾ, ਅਤੇ ਟ੍ਰੇਡ ਦੇ ਵਿੱਚ ਵੀ ਗੁੱਡਸ ਨੂੰ ਕੀ ਕਰਨਾ, ਸੇਲ ਕਰਨਾ ਜਾਂ ਟ੍ਰਾਂਸਫਰ ਕਰਨਾ ਗੁੱਡਸ ਤੇ ਸਰਵਿਸ ਨੂੰ। ਨੈਕਸਟ ਆ ਜਾਂਦਾ ਵਾ ਸਕੋਪ ਦਾ ਮਤਲਬ ਕਿ ਇੰਡਸਟਰੀਜ਼ ਦੇ ਵਿੱਚ ਕੀ ਕੰਮ ਕੀਤਾ ਜਾਂਦਾ ਵਾ। ਇਹਦੇ ਵਿੱਚ ਪ੍ਰੋਡਕਸ਼ਨ ਕੀਤੀ ਜਾਂਦੀ ਹੈ, ਕੰਸਟਰਕਸ਼ਨ ਕੀਤੀ ਜਾਂਦੀ ਆ, ਰੋ ਮਟੀਰੀਅਲ ਜਿਹੜਾ ਹੋਏਗਾ ਜਾਂ ਸੈਮੀ ਫਿਨਿਸ਼ ਗੁੱਡਸ ਹੋਏਗਾ ਉਹਨਾਂ ਨੂੰ ਫਿਨਿਸ਼ ਗੁੱਡਸ ਵਿੱਚ ਕਨਵਰਟ ਕੀਤਾ ਜਾਂਦਾ। ਤੇ ਕਮਰਸ ਦੇ ਵਿੱਚ ਟ੍ਰੇਡ ਤੇ ਹੋਰ ਐਕਟੀਵਿਟੀਜ਼ ਜਿਹੜੀਆਂ ਟ੍ਰੇਡ ਦੇ ਰਿਲੇਟਡ ਉਹ ਸਾਰੀਆਂ ਇੰਕਲੂਡ ਹੋਣਗੀਆਂ। ਅਤੇ ਟ੍ਰੇਡ ਦੇ ਵਿੱਚ ਟ੍ਰੇਡ ਕੰਸਰਨ ਕਰੇਗਾ ਸੇਲ ਨੂੰ ਤੇ ਟ੍ਰਾਂਸਫਰ ਆਫ ਗੁੱਡਸ ਦੇ ਨਾਲ ਹੀ ਕੰਸਰਨ ਕਰਨਾ। ਅੱਗੇ ਆ ਜਾਂਦਾ ਕੈਪੀਟਲ ਰਿਕੁਆਇਰਮੈਂਟ। ਇੰਡਸਟਰੀਜ਼ ਦੇ ਵਿੱਚ ਆਪਾਂ ਨੂੰ ਜ਼ਿਆਦਾ ਕੈਪੀਟਲ ਚਾਹੀਦੀ ਹੈ, ਚਾਹੇ ਉਹ ਫਿਕਸ ਹੋਵੇ ਤੇ ਵਰਕਿੰਗ ਕੈਪੀਟਲ ਹੋਵੇ। ਅੱਗੇ ਕਮਰਸ ਦੇ ਵਿੱਚ ਆਪਾਂ ਨੂੰ ਕੈਪੀਟਲ ਘੱਟ ਚਾਹੀਦੀ ਹੈ। ਟ੍ਰੇਡ ਦੇ ਵਿੱਚ ਵੀ ਆਪਾਂ ਨੂੰ ਕੈਪੀਟਲ ਸਾਈਜ਼ ਦੇ ਅਕੋਰਡਿੰਗ ਹੀ ਨੀਡ ਪੈਂਦੀ ਹੈ। ਜੇ ਸਾਈਜ਼ ਜ਼ਿਆਦਾ ਹੋਏਗਾ ਟ੍ਰੇਡ ਦਾ ਵੱਡਾ ਤੇ ਆਪਾਂ ਨੂੰ ਕੈਪੀਟਲ ਜ਼ਿਆਦਾ ਦੀ ਲੋੜ ਪਏਗੀ। ਅੱਗੇ ਆਉਂਦਾ ਰਿਸਕ। ਇੰਡਸਟਰੀਜ਼ ਦੇ ਵਿੱਚ ਰਿਸਕ ਜ਼ਿਆਦਾ ਹੁੰਦਾ ਵਾ, ਕਮਰਸ ਦੇ ਵਿੱਚ ਰਿਸਕ ਘੱਟ ਹੋਏਗਾ ਕੰਪੈਰੀਟਿਵ ਟੂ ਇੰਡਸਟਰੀ, ਤੇ ਟ੍ਰੇਡ ਦੇ ਵਿੱਚ ਵੀ ਰਿਸਕ ਜ਼ਿਆਦਾ ਹੋਏਗਾ ਕਿਉਂਕਿ ਟ੍ਰੇਡ ਕੀ ਹੈ ਮਾਰਕੀਟ 'ਤੇ ਡਿਪੈਂਡ ਕਰਦਾ। ਹੋ ਸਕਦਾ ਕਿ ਸਡਨਲੀ ਪ੍ਰਾਈਸ ਦੇ ਵਿੱਚ ਫਾਲ ਆ ਜਾਵੇ, ਡਿਮਾਂਡ ਘੱਟ ਜਾਵੇ, ਇਹ ਰਿਸਕ ਇਹਦੇ ਵਿੱਚ ਇਨਵੋਲਵ ਹੋਏਗਾ। ਨੈਕਸਟ ਆ ਜਾਂਦਾ ਐਸਪੈਕਟ ਦਾ ਮਤਲਬ ਕਿ ਜਿਹੜਾ ਆਪਣੀ ਇੰਡਸਟਰੀਜ਼ ਆ ਇਹ ਰਿਪਰੈਜ਼ੈਂਟ ਕਰਦੀ ਹੈ ਸਪਲਾਈ ਨੂੰ। ਇਹ ਇੰਡਸਟਰੀਜ਼ ਦਾ ਮੇਨ ਮੋਟਿਵ ਹੁੰਦਾ ਸੀ ਗੁੱਡਸ ਨੂੰ ਸਪਲਾਈ ਕਰਨਾ। ਕਮਰਸ ਡੀਲ ਕਰਦੇ ਆ ਕਿ ਡਿਮਾਂਡ ਨੂੰ ਰਿਪਰੈਜ਼ੈਂਟ ਕਰਨਾ, ਮਾਰਕੀਟ 'ਚ ਮੰਗ ਵਧਾਉਣੀ, ਡਿਮਾਂਡ ਵਧਾਉਣੀ, ਤੇ ਟ੍ਰੇਡ ਦੇ ਵਿੱਚ ਐਕਸਚੇਂਜ ਦੇ ਨਾਲ ਡੀਲ ਕੀਤਾ ਜਾਂਦਾ। ਅੱਗੇ ਆ ਜਾਂਦਾ ਯੂਟਿਲਿਟੀ ਦੇ ਵਿੱਚ
इंडस्ट्री का काम हुंदा है कि असी गुड्स नूं शेप प्रोवाइड करनी, मटीरियल जिहड़ा हैगा उन्होंने शेप प्रोवाइड करनी तां जो उन्होंने यूटिलाइज़ किया जाए एक प्रॉपर शेप दे के। कमर्स दे विच टाइम ते प्लेस की यूटिलिटी की जाती है थ्रू द ट्रांसपोर्टेशन एंड वेयर हाउस। ये पहले ही किया सीगा, ट्रांसपोर्टेशन ते वेयर हाउस दे नाल प्लेस ते टाइम नूं यूजफुल तरीके नाल कंसीडर किया जाता। अगे आ जाता ट्रेड। ट्रेड दे विच पोजैशन की यूटिलिटी की जाती है, मतलब कि वस्तुओं नूं एक परसन तो दूसरे परसन तक प्रोवाइड करना। सो आपां इहदे विच डिस्कस किया वा इस चैप्टर दे विच इंडस्ट्री, कमर्स ते ट्रेड। इत्थे अपना चैप्टर 2 खत्म हुंदा। थैंक यू।